Good morning, students. Today we will discuss the next topic, that is teeth. ਆਪਾਂ ਬੱਚੇ ਕੱਲ ਕੀਤਾ ਸੀਗਾ ਮਾਊਥ ਦਾ ਪਾਰਟ ਕੀਤਾ ਸੀਗਾ, ਜਿਹਦੇ ਵਿੱਚ ਆਪਾਂ ਕਿਹਾ ਸੀਗਾ ਕਿ ਜਿਹੜਾ ਬੱਕਲ ਕੈਵਿਟੀ ਹੈ ਉਹਦੇ ਵਿੱਚ ਕੀ ਹੈ, ਪਲੇਟ ਪ੍ਰੈਜ਼ੈਂਟ ਹੁੰਦੀ ਹੈ, ਟੰਗ ਪ੍ਰੈਜ਼ੈਂਟ ਹੁੰਦੀ ਹੈ। ਹੁਣ ਆਪਾਂ ਦਾ ਥਰਡ ਪਾਰਟ ਕਰਾਂਗੇ, that is the teeth ਜਿਹੜੇ ਕਿ ਪ੍ਰੈਜ਼ੈਂਟ ਹੈਗੇ ਨੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀਆਂ ਟਰਮਸ ਕਰਾਂਗੇ। ਟਰਮਸ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਆਪਣੇ ਕੋਲ ਡਾਈਫੋਡੋਂਟ। ਡਾਈਫੋ ਦਾ ਮਤਲਬ ਕੀ ਹੁੰਦਾ ਹੈਗਾ, ਡਾਈ ਦਾ ਮਤਲਬ ਕੀ ਹੁੰਦਾ ਟੂ, ਫੋਰਟ ਦਾ ਮਤਲਬ ਕੀ ਹੁੰਦਾ ਹੈਗਾ ਸੈੱਟ। ਤਾਂ ਆਪਾਂ ਕਹਿੰਦੇ ਹੈਗੇ ਕਿ ਜਦੋਂ ਟੀਥ ਦੇ ਦੋ ਸੈੱਟ ਪ੍ਰੈਜ਼ੈਂਟ ਹੁੰਦੇ ਨੇ ਹਿਊਮਨ ਬੀਇੰਗ ਦੀ ਲਾਈਫ ਦੇ ਵਿੱਚ, ਤਾਂ ਉਸ ਟਰਮ ਨੂੰ ਕਿ ਡਾਈਫੋਡੋਂਟ ਕਿਹਾ ਜਾਂਦਾ ਹੈਗਾ। ਉਹ ਜਿਹੜੇ ਦੋ ਸੈੱਟ ਕਿਹੜੇ ਹੁੰਦੇ ਨੇ, ਮਿਲਕ ਟੀਥ ਹੁੰਦੇ ਹੈਗੇ ਨੇ, ਜਿਹੜੇ ਆਪਾਂ ਕਹਿੰਦੇ ਕਿ 6 ਮੰਥ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹੈਗੇ ਨੇ ਤੇ 6-7 ਦੀ ਏਜ ਦੇ ਵਿੱਚ ਜਿਹੜੇ ਕਿ ਨਿਕਲ ਜਾਂਦੇ ਹੈਗੇ ਨੇ। ਉਸ ਤੋਂ ਬਾਅਦ ਜਿਹੜੇ ਕਿ ਨਵੇਂ ਦੰਦ ਆਉਂਦੇ ਹੈਗੇ ਨੇ, ਜਿਹੜੇ ਆਪਾਂ ਕਹਿੰਦੇ ਹੈਗੇ ਕਿ ਘੱਟੋ ਘੱਟ ਕੀ 60 ਜਾਂ 70 ਸਾਲ ਦੀ ਏਜ ਤੱਕ ਜਿਹੜੇ ਕੀ ਰਹਿੰਦੇ ਹੈਗੇ। ਜਿਹੜੇ ਆਪਾਂ ਕਹਿੰਦੇ 6 ਮੰਥ ਤੋਂ ਲੈ ਕੇ 6 ਜਾਂ 7 ਈਅਰ ਤੱਕ ਹੁੰਦੇ ਹੈਗੇ ਨੇ, ਉਹਨਾਂ ਨੂੰ ਅਸੀਂ ਕੀ ਮਿਲਕ ਟੀਥ ਕਹਿੰਦੇ ਹੈਗੇ, ਜਿਨ੍ਹਾਂ ਦੀ ਗਿਣਤੀ ਕੀ 20 ਹੁੰਦੀ ਹੈਗੀ ਹੈ। ਦੂਸਰੇ ਜਿਹੜੇ ਆਪਾਂ ਕਹਿੰਦੇ ਹੈਗੇ ਆ ਕਿ ਜਿਹੜੇ ਕਿ 6 ਜਾਂ 7 ਸਾਲ ਦੀ ਏਜ ਤੋਂ ਆਉਣੇ ਸ਼ੁਰੂ ਹੁੰਦੇ ਹੈਗੇ ਨੇ ਤੇ 60 ਜਾਂ 70 ਸਾਲ ਦੀ ਏਜ ਤੱਕ ਰਹਿੰਦੇ ਹੈਗੇ ਨੇ, ਉਹਨਾਂ ਨੂੰ ਕੀ ਪਰਮਾਨੈਂਟ ਟੀਥ ਕਿਹਾ ਜਾਂਦਾ ਹੈਗਾ। ਇਸ ਕਰਕੇ ਅਸੀਂ ਕਹਿ ਸਕਦੇ ਕਿ ਹਿਊਮਨ ਬੀਇੰਗ ਦੇ ਵਿੱਚ ਕੀ 2 ਸੈੱਟ ਆਫ ਟੀਥ ਹੁੰਦੇ ਹੈਗੇ ਨੇ। ਵਨ ਇਜ਼ ਦਾ ਮਿਲਕ, ਦੂਸਰਾ ਕੀ ਪਰਮਾਨੈਂਟ, ਤੇ ਉਸ ਟਰਮ ਨੂੰ ਕੀ ਡਾਈਫੋਡੋਂਟ ਕਿਹਾ ਜਾਂਦਾ ਹੈ। ਦੂਸਰਾ ਹੈਗਾ ਬੇਟਾ ਆਪਣੇ ਕੋਲ ਥੀਕੋਡੋਂਟ। ਥੀਕੋ ਦਾ ਮਤਲਬ ਕੀ ਹੁੰਦਾ ਹੈਗਾ, ਜਿਹੜਾ ਅਸੀਂ ਕਹਿੰਦੇ ਸੌਕਟਸ ਦੇ ਅੰਦਰ ਜਿਹੜੇ ਕੀ ਫਿਕਸ ਹੁੰਦੇ ਹੈਗੇ ਨੇ। ਸਾਡੇ ਦੰਦ ਜਿਹੜੇ ਕੀ ਜਿੰਨੀ ਦੇਰ ਤੱਕ ਲੂਜ਼ ਨਹੀਂ ਹੋ ਜਾਂਦੇ ਹੈਗੇ, ਜਾਂ ਆਪਾਂ ਕਹਿੰਦੇ ਕਿਉਂਕਿ ਇੰਜਰੀ ਦੇ ਨਾਲ, ਜਾਂ ਜਿਹੜੇ ਆਪਾਂ ਕਹਿੰਦੇ ਕਿ ਮਿਲਕ ਟੀਥ ਨਿਕਲਣੇ ਸ਼ੁਰੂ ਹੁੰਦੇ ਹੈਗੇ ਨੇ, ਉਸ ਤੋਂ ਬਿਨਾਂ ਸਾਡੇ ਦੰਦ ਜਿਹੜੇ ਕਿ ਹਿੱਲਦੇ ਨਹੀਂ ਹੈਗੇ। ਕਿਉਂ ਨਹੀਂ ਹਿੱਲਦੇ? ਕਿਉਂਕਿ ਜਿਹੜੇ ਸਾਡੇ ਦੰਦ ਹੁੰਦੇ ਨੇ ਉਹ ਕੀ ਸਾਡੀ ਜੌ ਬੋਨ, ਜਬਾੜੇ ਦੀ ਜਿਹੜੀ ਬੋਨ ਹੁੰਦੀ ਉਹਦੇ ਸੌਕਟਸ ਦੇ ਵਿੱਚ ਜਿਹੜੇ ਕੀ ਅਮੈਂਡ ਹੁੰਦੇ ਹੈਗੇ ਨੇ, ਉਹਦੇ ਵਿੱਚ ਜਿਹੜੇ ਆਪਾਂ ਕਹਿੰਦੇ ਧਸੇ ਹੋਏ ਹੁੰਦੇ ਹੈਗੇ ਨੇ। ਤਾਂ ਉਸ ਟਰਮ ਨੂੰ ਅਸੀਂ ਕੀ ਥੀਕੋਡੋਂਟ ਕਹਿੰਦੇ ਹੈਗੇ। ਥਰਡ ਹੈ ਬੇਟਾ ਆਪਣੇ ਕੋਲ ਹੈਟਰੋਡੋਂਟ। ਹੈਟਰੋਡੋਂਟ ਦਾ ਮਤਲਬ ਕੀ ਸਾਡੇ ਜਿਹੜੇ ਦੰਦ ਹੁੰਦੇ ਨੇ 4 ਤਰ੍ਹਾਂ ਦੇ ਹੁੰਦੇ ਹੈਗੇ। ਕਹਿਣ ਦਾ ਮਤਲਬ ਕਿ ਸ਼ੇਪ ਦੇ ਅਕੋਰਡਿੰਗ ਤੇ ਉਹਦੇ ਫੰਕਸ਼ਨ ਦੇ ਅਕੋਰਡਿੰਗ ਜਿਹੜੇ ਸਾਡੇ ਦੰਦ ਹੁੰਦੇ ਨੇ 4 ਟਾਈਪਸ ਦੇ ਹੁੰਦੇ ਹੈਗੇ ਨੇ। ਉਸ ਟਰਮ ਨੂੰ ਕੀ ਹੈਟਰੋਡੋਂਟ ਕਿਹਾ ਜਾਂਦਾ ਹੈਗਾ। ਉਹ 4 ਕਿਹੜੇ ਤਰ੍ਹਾਂ ਦੇ ਹੁੰਦੇ ਨੇ? ਸਭ ਤੋਂ ਪਹਿਲਾਂ ਇਨਸੀਜ਼ਰ, ਜਿਹੜੇ ਸਾਡੇ ਕੀ ਉੱਪਰਲੇ ਜਾਂ ਨਿਚਲੇ ਸਭ ਤੋਂ ਪਹਿਲੇ ਜਿਹੜੇ 4 ਦੰਦ ਹੁੰਦੇ ਹੈਗੇ ਨੇ, ਉਹਨਾਂ ਨੂੰ ਅਸੀਂ ਇਨਸੀਜ਼ਰਸ ਕਹਿੰਦੇ ਹੈਗੇ। ਇਨਸੀਜ਼ਰਸ ਤੋਂ ਅਗਲੇ ਜਿਹੜੇ ਹੁੰਦੇ ਹੈਗੇ ਨੇ, ਇੱਕ ਜਿਹੜਾ ਦੰਦ ਹੁੰਦਾ ਹੈਗਾ, ਉਹਨਾਂ ਨੂੰ ਕੈਨਾਈਨਸ ਕਿਹਾ ਜਾਂਦਾ ਹੈਗਾ, ਜਿਹੜੇ ਬਹੁਤ ਜ਼ਿਆਦਾ ਕਿ ਤਿੱਖੇ ਹੁੰਦੇ ਹੈਗੇ ਨੇ। ਤੀਸਰੇ ਬੇਟਾ ਕੀ ਪ੍ਰੀਮੋਲਰਸ ਹੁੰਦੇ ਹੈਗੇ ਨੇ, ਜਿਹੜੇ ਪ੍ਰੀਮੋਲਰਸ ਤੇ ਮੋਲਰ ਨੇ, ਜਿਨ੍ਹਾਂ ਨੂੰ ਅਸੀਂ ਕੀ ਜੜ੍ਹਾਂ ਦਾ ਨਾਮ ਦਿੰਦੇ ਹੈਗੇ। ਜਦੋਂ ਆਪਾਂ ਕਹਿੰਦੇ ਕਿ ਮਿਲਕ ਟੀਥ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੋਈ ਵੀ ਪ੍ਰੀਮੋਲਰ ਨਹੀਂ ਹੁੰਦਾ, ਸਿਰਫ ਕੀ ਮੋਲਰਸ ਹੀ ਜਿਹੜੇ ਕੀ ਪ੍ਰੈਜ਼ੈਂਟ ਹੁੰਦੇ ਹੈਗੇ। ਜਿਹੜੇ ਸਾਡੇ ਮੋਲਰਸ ਹੁੰਦੇ ਹੈਗੇ ਨੇ, ਉਹਦੇ ਸਭ ਤੋਂ ਜਿਹੜਾ ਪਿਛਲਾ ਜਿਹੜਾ ਦੰਦ ਹੁੰਦਾ ਹੈਗਾ, ਉਹਨੂੰ ਵਿਜ਼ਡਮ ਟੀਥ ਕਿਹਾ ਜਾਂਦਾ ਹੈਗਾ, ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਅਕਲ ਜਾੜ ਵੀ ਕਹਿੰਦੇ ਹੈਗੇ। ਇਹ ਵੈਸਟੀਜ਼ੀਅਲ ਆਰਗਨ ਦੇ ਤੌਰ ਤੇ ਕੰਮ ਕਰਦਾ ਹੈਗਾ। ਵੈਸਟੀਜ਼ੀਅਲ ਦਾ ਮਤਲਬ ਕੀ ਤੁਸੀਂ 10th ਦੇ ਵਿੱਚ ਵੀ ਪੜ੍ਹਿਆ ਸੀਗਾ ਕਿ ਸਾਡੀ ਬਾਡੀ ਦੇ ਉਹ ਆਰਗਨ ਜਿਹੜੇ ਕਹਿੰਦਾ ਸਾਡੀ ਬਾਡੀ ਦੇ ਵਿੱਚ ਪ੍ਰੈਜ਼ੈਂਟ ਜ਼ਰੂਰ ਨੇ, ਲੇਕਿਨ ਕੋਈ ਫੰਕਸ਼ਨ ਪਰਫਾਰਮ ਨਹੀਂ ਕਰਦੇ ਹੈਗੇ। ਅਗਰ ਵਿਜ਼ਡਮ ਟੀਥ ਸਾਡੇ ਨਹੀਂ ਵੀ ਪ੍ਰੈਜ਼ੈਂਟ ਹੈਗਾ ਤਾਂ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਇਸ ਕਰਕੇ ਇਹਨਾਂ ਦੇ ਨਾਮ ਦੇ ਅਕੋਰਡਿੰਗ ਇਹਨਾਂ ਦੇ ਫੰਕਸ਼ਨ ਕਿਸ ਤਰੀਕੇ ਦੇ ਨੇ? ਸਭ ਤੋਂ ਪਹਿਲਾਂ ਇਨਸੀਜ਼ਰ, ਜਿਹੜੇ ਅਗਲੇ ਦੰਦ ਨੇ, ਜਦੋਂ ਅਸੀਂ ਕਹਿੰਦੇ ਕਿ ਬਹੁਤ ਸੌਫਟ ਚੀਜ਼ ਨੂੰ ਅਸੀਂ ਤੋੜਨਾ ਹੈਗਾ, ਕੱਟ ਡਾਊਨ ਕਰਨਾ ਹੈਗਾ, ਤਾਂ ਅਸੀਂ ਇਨਸੀਜ਼ਰਸ ਦੀ ਹੈਲਪ ਲੈਣੀ ਹੈਗੀ। ਦੂਸਰਾ ਬੇਟਾ ਕੈਨਾਈਨ, ਥੋੜੀ ਹਾਰਡ ਚੀਜ਼, ਜਦੋਂ ਥੋੜੀ ਹਾਰਡ ਚੀਜ਼ ਨੂੰ ਅਸੀਂ ਕੱਟ ਡਾਊਨ ਕਰਨਾ ਤਾਂ ਉਹਨਾਂ ਨੂੰ ਕੈਨਾਈਨਸ ਕਿਹਾ ਜਾਂਦਾ ਹੈਗਾ। ਜਿੰਨੇ ਵੀ ਕਾਰਨੀਵੋਰਸ ਐਨੀਮਲਸ ਹੁੰਦੇ ਹੈਗੇ ਨੇ, ਡੌਗਸ ਵਗੈਰਾ ਹੁੰਦੇ ਹੈਗੇ ਨੇ, ਜਾਂ ਜਿੰਨੇ ਵੀ ਲਾਇਨ ਵਗੈਰਾ ਹੁੰਦੇ ਹੈਗੇ ਨੇ, ਉਹਨਾਂ ਦੇ ਜਿਹੜੇ ਕੈਨਾਈਨਸ ਹੁੰਦੇ ਨੇ ਵੈਲ ਡਿਵੈਲਪ ਹੁੰਦੇ ਹੈਗੇ ਨੇ, ਕਿਉਂਕਿ ਉਹਨਾਂ ਨੇ ਕੀ ਹੁੰਦਾ ਹੈਗਾ, ਫਲੈਸ਼ ਨੂੰ ਕੀ ਆਪਾਂ ਕਹਿੰਦੇ ਕੀ ਚੀਰਨਾ ਹੁੰਦਾ, ਫਾੜਨਾ ਹੁੰਦਾ, ਜਿਹਦੇ ਵਿੱਚ ਕੈਨਾਈਨਸ ਹੈਲਪ ਕਰਦੇ ਹੈਗੇ। ਲੇਕਿਨ ਅਸੀਂ ਕੱਚਾ ਮਾਸ ਨਹੀਂ ਖਾਂਦੇ ਹੈਗੇ, ਜਿਹਦੇ ਕਰਕੇ ਸਾਡੇ ਵਿੱਚ ਕੈਨਾਈਨ ਕਰਦੇ ਤਾਂ ਉਹੀ ਕੰਮ ਹੈਗੇ ਨੇ, ਲੇਕਿਨ ਉਨੇ ਜ਼ਿਆਦਾ ਆਪਾਂ ਕਹਿੰਦੇ ਬਲੰਟ ਨਹੀਂ ਹੁੰਦੇ, ਉਨੇ ਜ਼ਿਆਦਾ ਜਿਹੜੇ ਕਿ ਤਿੱਖੇ ਨਹੀਂ ਹੁੰਦੇ ਹੈਗੇ। ਜਿਹੜੇ ਪ੍ਰੀਮੋਲਰਸ ਤੇ ਮੋਲਰ ਹੈਗੇ ਨੇ, ਜੋ ਵੀ ਅਸੀਂ ਫੂਡ ਲੈਂਦੇ ਹੈਗੇ ਆ, ਉਹਨੂੰ ਜੋ ਅਸੀਂ ਕ੍ਰਸ਼ ਕਰਦੇ ਹੈਗੇ ਆ, ਜੋ ਅਸੀਂ ਉਸਨੂੰ ਕੀ ਪੀਸਦੇ ਹੈਗੇ ਆ, ਉਹ ਕਿਹਦੇ ਦੁਆਰਾ? ਸਾਡੀਆਂ ਜੜ੍ਹਾਂ ਦੁਆਰਾ, ਜਿਨ੍ਹਾਂ ਨੂੰ ਅਸੀਂ ਕੀ ਪ੍ਰੀਮੋਲਰਸ ਤੇ ਮੋਲਰਸ ਦਾ ਨਾਮ ਦਿੰਦੇ ਹੈਗੇ। ਨੈਕਸਟ ਹੈ ਬੇਟਾ ਆਪਣੇ ਕੋਲੇ ਡੈਂਟਲ ਫਾਰਮੂਲਾ। ਡੈਂਟਲ ਫਾਰਮੂਲਾ ਲਿਖਣ ਦਾ ਕੀ ਤਰੀਕਾ ਹੁੰਦਾ ਹੈਗਾ? ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਕੋਲੇ ਕਿੰਨੇ ਦੰਦ ਜਿਹੜੇ ਪ੍ਰੈਜ਼ੈਂਟ ਹੈਗੇ ਨੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਸਾਡੇ ਅਗਲੇ ਜਿਹੜੇ 4 ਦੰਦ ਹੈਗੇ ਨੇ ਉਹ ਇਨਸੀਜ਼ਰਸ ਨੇ। ਅਸੀਂ ਉੱਪਰ ਤੇ ਨੀਚੇ ਵਾਲੇ ਅਗਰ ਸੈੱਟ ਦੀ ਗੱਲ ਕਰੀਏ ਤਾਂ ਇਹਦਾ ਮਤਲਬ ਸਾਡੇ ਕੋਲੇ ਕੀ 8 ਜਿਹੜੇ ਕੀ ਇਨਸੀਜ਼ਰਸ ਹੁੰਦੇ ਹੈਗੇ।
दो साडे कोले कैनाइन उपर ने, दो साडे कोले कैनाइन की नीचे हुंदे ने। इहदा मतलब टोटल साडे कोले की 4 कैनाइन्स प्रेजेंट हुंदे हैगे। 4 मोलर्स उपर हुंदे ने, 4 नीचे हुंदे हैगे ने, इस करके 8 जिहड़े कि मोलर्स हुंदे ने। इसे तरीके नाल जिहड़े अपने कोले हुंदे ने प्री मोलर्स ने, ये अपने कोले मिल्क टीथ दे विच हुंदे, क्योंकि इहदे विच प्री मोलर जिहड़े प्रेजेंट नहीं हुंदे हैगे। लेकिन परमानेंट टीथ दे विच की हुंदा हैगा, ये जिहड़े मोलर्स ने ये निकल जाते हैं, इन्हां दी जगह कौन ले लैंदा हैगा? प्री मोलर्स। उन्हां दी गिनती भी कितनी हुंदी है? 8 हुंदी हैगी। जिहड़ियां साडीआं जाड़ां हुंदियां ने मोलर्स, उन्हां दी गिनती कितनी हुंदी हैगी? 12 हुंदी हैगी। हुण बेटा आपां कि डेंटल फार्मूले नूं लिखना किस तरीके नाल? सब तो पहलां आपां गल करदे हैगे इंसीजर। इंसीजर साडे कोल कितने हैगे ने? 8। लेकिन असीं कि दंदां दे एक सैट दी गल करदे हां, एक दा असीं हाफ कर लेना। सपोज करो कि असीं गल करते हैं कि साडे कोले की आ मिल्क टीथ दे विच 20 दंद ने, 10 उपर ने 10 नीचे ने। असीं एक साइड दे जिहड़े कि 5 दंद लेने हैगे, उहदे विच 2 साडे कोले की हैगे ने? इंसीजर ने। एक साडे कोले की हैगा? कैनाइन आ, ते 2 साडे कोले की आ? मोलर ने। इहदी गिनती करके देखो, 2 ते 2 4 ते 1 5, 5 उपर ने ते 5 साडे कोले नीचे ने, 10। लेकिन सैट साडे कोले ने अद्धे असीं लए ने एक पासे दे, अद्धे असीं दूसरे साइड दे लए ने, लेकिन बाकी दोनों नूं दे नाल कि मल्टीप्लाई करके साडे कोले किन्ने आउंदे हैगे ने? 20 टीथ आउंदे हैगे ने। दूसरे पासे बेटा असीं कि परमानेंट टीथ की गल करते हैं, जिहदे विच असीं गल करते हैं कि इहदे विच साडे कोले प्री मोलर नहीं सीगे, लेकिन इहदे विच जिहड़े कि प्री मोलर उन्हां दी गिनती साडे कोले कितनी हो गई है? दैट इज़ द 8। तो 2 साडे कोले इंसीजर ने, एक साडे कोले कैनाइन है, 2 साडे कोले प्री मोलर्स ने, ते 3 साडे कोले की मोलर्स हैगे ने। इहनूं गिण के देखो, 3 ते 2 5, 6 ते 2 8, 8 उपर ने ते 8 नीचे ने, लेकिन सैट साडे कोले कितने ने? 2। तो जो असीं उन्हां नूं मल्टीप्लाई करदे तां साडे कोले कितने टीथ आउंदे ने? 32 टीथ आउंदे हैगे। ये साडे कोले कि डेंटल फार्मूला बनाउण दा जिहड़ा कि तरीका हुंदा हैगा। नैक्सट बेटा अपने कोले स्ट्रक्चर ऑफ द टीथ, जिहड़ा साडा टीथ ओहदी स्ट्रक्चर किस तरीके दी हैगी है, जिहदे विच आपां गल कर सकदे बेटा जिहड़े साडे कोले की इंसीजर्स हुंदे हैगे ने, जिहड़े साडे कोले अपना कैनाइन्स ने, उन्हां दे एक ही रूट हुंदी हैगी। लेकिन जिहड़े साडे कोले प्री मोलर्स ते मोलर ने, उन्हां दे विच कुछ प्री मोलर दी एक रूट हुंदी है, लेकिन कुछ मोलर दियां आपां कहने कि 3 रूट भी हो सकदियां हैं, और कईयां दी 3 जुड़ियां होईयां एक रूट दे विच जिहड़े कि परफॉर्म अप हुंदियां हैगीआं। इहदे विच असीं किहदी गल करदे हैगे? इंसीजर टीथ दी जिहड़ी कि डायग्राम सानूं दित्ती होई हैगी है। सब तो पहला स्ट्रक्चर ऑफ द टीथ नूं असीं कि 3 पार्ट दे विच डिवाइड करदे हैगे। सब तो पहला हैगा साडे कोले क्राउन। क्राउन का मतलब कि जो पार्ट सानूं दिखाई दिंदा हैगा, वाइट पार्ट जो सानूं दिखाई दे रहा हैगा, उसनूं क्या क्राउन कहा जाता है। दूसरा हैगा बेटा नैक। नैक जिहड़ा कि साडे जबाड़ियां दे विच जिहड़ा कि कसिया होया हुंदा है। नीचे हैगा अपने कोले रूट, जिहड़ा साडे सॉकेट जिहड़ी साडी कि जौ दी बोन है ਉਹਦੇ ਵਿੱਚ ਜਿਹੜਾ ਕੀ ਹੈ ਫਿਕਸ ਹੁੰਦਾ ਹੈਗਾ। ਹੁਣ ਹੈਗਾ ਬੇਟਾ ਕੀ ਆ ਜਿਹੜਾ ਸਾਡਾ ਟੀਥ ਹੈ ਉਹ ਕਿਹੜੀਆਂ ਚੀਜ਼ਾਂ ਕੰਸਿਸਟ ਕਰਦਾ ਹੈਗਾ। ਸੌਰੀ ਬੇਟਾ, ਸਭ ਤੋਂ ਪਹਿਲਾਂ ਹੈਗਾ ਆਪਣੇ ਕੋਲ ਅਨੇਮਲ। ਅਨੇਮਲ ਦਾ ਮਤਲਬ ਕਿ ਜੋ ਸਾਨੂੰ ਵਾਈਟ ਪਾਰਟ ਦਿਖਾਈ ਦਿੰਦਾ, ਇਹਦੇ ਉੱਪਰ ਜੋ ਵਾਈਟ ਲੱਗਿਆ ਹੋਇਆ ਹੈਗਾ ਦੈਟ ਇਜ਼ ਦਾ ਅਨੇਮਲ। ਉਸ ਨੂੰ ਅਨੇਮਲ ਕਿਹਾ ਜਾਂਦਾ ਹੈਗਾ। ਦੈਟ ਇਜ਼ ਦਾ ਹਾਰਡੈਸਟ ਸਬਸਟੈਂਸ ਆਫ ਆਵਰ ਬੋਡੀ। साड़ी बॉडी का सब तो आप कहने कि हार्डेस्ट सबसटेंस होंदा है जिन्हों क्या अनेमल कहा जाता है। दूसरा है बेटा अपने को डेंटाइन। अनेमल तो अगला पार्ट है जो अपने को डेंटाइन है, जिहदे न्यूमरस कैनालिक्यूलीज होंदियां ने, आड़ियां लाइनां लगियां ने, दीज आर द कैनालिक्यूलीज। कैनालिक्यूलीज का मतलब कि कैनाल्स, कैनाल्स का मतलब कि होंदा है जिहड़ियां नालियां होंदियां ने, जिहड़ियां कहंदा कि अनेमल नूं कि ये सेंटर वाले पार्ट जिन्हों कि पल्प कैविटी कहा जाता है ਇਹਦੇ ਨਾਲ ਕੀ ਜੁਆਇਨ ਕਰਦਾ ਹੈਗਾ। ਤੀਸਰਾ ਬੇਟਾ ਆਪਣੇ ਕੋਲੇ ਸੀਮੈਂਟ। ਸੀਮੈਂਟ ਆਪਣੇ ਕੋਲੇ ਦਿਖਾਇਆ ਗਿਆ ਹੈਗਾ, ਜਿਹੜਾ ਆਪਾਂ ਕਹਿੰਦੇ ਹੈਗਾ ਜਿਹੜਾ ਸਾਡਾ ਟੀਥ ਹੈ ਉਹਦਾ ਜਿਹੜਾ ਕੀ ਰੂਟ ਪਾਰਟ ਹੈਗਾ ਉਹਨੂੰ ਕੀ ਫਿਕਸ ਕਰਕੇ ਰੱਖਦਾ ਹੈਗਾ, ਦੈਟ ਇਜ਼ ਨੋਨ ਐਜ਼ ਦਾ ਸੀਮੈਂਟ। ਕਵਰ ਕਰਦਾ ਹੈਗਾ ਰੂਟ ਪਾਰਟ ਨੂੰ। ਨੈਕਸਟ ਬੇਟਾ ਆਪਣੇ ਕੋਲੇ ਪੈਰੀਡੋਂਟਲ ਲਿਗਾਮੈਂਟ। ਤਾਂ ਪੈਰੀਡੋਂਟਲ ਲਿਗਾਮੈਂਟ ਕੀ ਕਰਦਾ ਹੈ, ਜਿਹੜਾ ਟੀਥ ਹੈ ਉਹਨੂੰ ਕੀ ਸੌਕੇਟਸ ਦੇ ਵਿੱਚ ਜੁਆਇਨ ਕਰਦਾ, ਫਿਕਸ ਕਰਦਾ ਹੈਗਾ। नैक्सट आ पल्प कैविटी। जी आ पल्प कैविटी है ये बेटा ब्लड वैसल्स भी होंदियां ने, ये नर्व्स भी प्रेजेंट होंदियां हैगियां ने। नैक्सट अपने को रूट कैनाल, जिथे पल्प कैविटी बहुत ज़्यादा नैरो फॉर्म के अपीयर अप होंदी है, उपरों चौड़ी है लेकिन नीचे नैरो है, जितों नैरो होंदी है उसनूं की रूट कैनाल्स कहा जाता है। जिहड़ियां रूट कैनाल्स होंदियां ने पूरे के पूरे टीथ के विच आपां कहने हैगे कि अनेमल तक के पास ऑन करदियां ने। ਜਦੋਂ ਆਪਾਂ ਕਹਿੰਦੇ ਦੰਦ ਬਾਹਰ ਨਿਕਲਦਾ ਜਾਂ ਉਸ ਨੂੰ ਕੱਢਿਆ ਜਾਂਦਾ
ਤਾਂ ਅਸੀਂ ਦੇਖਦੇ ਹਾਂ ਕਿ ਨਿਚਲੀ ਸਾਈਡ ਦੇ ਉੱਪਰ ਕੀ ਹੈ ਬਲੱਡ ਲੱਗਿਆ ਹੁੰਦਾ। ਉਹ ਬਲੱਡ ਕਿਹਦੇ ਕਰਕੇ ਹੁੰਦਾ, ਇਸ ਰੂਟ ਕਿਨਾਲ ਦੇ ਅੰਦਰ ਪਾਈਆਂ ਜਾਣ ਵਾਲੀਆਂ ਜਿਹੜੀਆਂ ਕੀ ਆ ਬਲੱਡ ਵੈਸਲਸ ਹੁੰਦੀਆਂ ਨੇ ਉਹ ਰਪਚਰ ਕਰ ਜਾਂਦੀਆਂ ਹੈਗੀਆਂ ਨੇ, ਜਿਹਦੇ ਕਰਕੇ ਕਹਿੰਦਾ ਕਿ ਸਾਨੂੰ ਜਿਹੜਾ ਕਿ ਟੀਥ ਹੈ ਉਸ ਦੇ ਨੀਚੇ ਜਿਹੜਾ ਕਿ ਬਲੱਡ ਦਿਖਾਈ ਦਿੰਦਾ ਹੈਗਾ। ਉਸ ਤੋਂ ਬਾਅਦ ਬੇਟਾ ਆਪਣੇ ਕੋਲ ਅਗਲਾ ਪਾਰਟ ਆ ਜਾਂਦਾ ਹੈਗਾ ਜਿਹੜੀ ਸਾਡੀ ਐਲੀਮੈਂਟਰੀ ਕੈਨਾਲ। ਉਹਦਾ ਪਹਿਲਾ ਪਾਰਟ ਆਪਾਂ ਕੀਤਾ ਸੀਗਾ ਦੈਟ ਇਜ਼ ਦਾ ਮਾਊਥ। ਤਾਂ ਸੈਕਿੰਡ ਪਾਰਟ ਹੈ ਜਿਸ ਨੂੰ ਅਸੀਂ ਕਿ ਫੇਰਿੰਗਸ ਕਹਿੰਦੇ ਹਾਂ, ਇਹਨੂੰ ਥਰੋਟ ਵੀ ਕਿਹਾ ਜਾਂਦਾ ਹੈਗਾ, ਗਲਾ ਵੀ ਕਿਹਾ ਜਾਂਦਾ ਹੈਗਾ, ਜਿਹੜਾ ਆਪਾਂ ਕਹਿੰਦੇ ਕਿ 3 ਪਾਰਟਸ ਦੇ ਵਿੱਚ ਡਿਵਾਈਡ ਹੁੰਦਾ ਹੈਗਾ। ਸਭ ਤੋਂ ਪਹਿਲਾਂ ਆਪਣੇ ਕੋਲ ਨੇਜ਼ੋਫੇਰਿੰਗਸ। ਨੇਜ਼ੋ ਦਾ ਮਤਲਬ ਕੀ ਹੁੰਦਾ ਹੈਗਾ ਨੱਕ। ਤਾਂ ਕਹਿੰਦਾ ਕਿ ਜੋ ਕਹਿੰਦਾ ਕਿ ਸਾਡਾ ਨੱਕ ਦਾ ਪਾਰਟ ਹੈ ਸਾਡੇ ਗਲੇ ਦੇ ਵਿੱਚ ਜਾ ਕੇ ਓਪਨ ਅਪ ਕਰਦਾ ਹੈਗਾ ਉਸ ਨੂੰ ਨੇਜ਼ੋਫੇਰਿੰਗਸ ਕਿਹਾ ਜਾਂਦਾ ਹੈਗਾ। ਔਰ ਇੱਥੇ ਨੇਜ਼ੋਫੇਰਿੰਗਸ ਦੇ ਵਿੱਚ ਹੀ ਬੇਟਾ ਇੱਕ ਸਾਡੇ ਕੰਨ ਤੋਂ ਜਿਹੜੀ ਕਿ ਆਡਿਟਰੀ ਟਿਊਬ ਆ ਜਿਹਨੂੰ ਅਸੀਂ ਆਸਟੀਚੀਅਨ ਟਿਊਬ ਵੀ ਕਹਿੰਦੇ ਹੈਗੇ ਆ, ਉਹ ਵੀ ਓਪਨ ਆਊਟ ਕਰਦੀ ਹੈਗੀ ਆ ਸਾਡੀ ਨੇਜ਼ੋਫੇਰਿੰਗਸ ਦੇ ਵਿੱਚ। ਇਹਦਾ ਮਤਲਬ ਕਿ ਇੱਕ ਤਾਂ ਸਾਡਾ ਨੱਕ ਜਿਹੜਾ ਕਿ ਓਪਨ ਆਊਟ ਕਰਦਾ ਹੈਗਾ, ਦੂਸਰੇ ਸਾਡੇ ਕੰਨ ਤੋਂ ਇੱਕ ਟਿਊਬ ਆਉਂਦੀ ਹੈਗੀ ਆ ਜਿਹਨੂੰ ਆਸਟੀਚੀਅਨ ਟਿਊਬ ਕਿਹਾ ਜਾਂਦਾ ਹੈਗਾ, ਉਹ ਵੀ ਨੇਜ਼ੋਫੇਰਿੰਗਸ ਦੇ ਵਿੱਚ ਜਾ ਕੇ ਹੀ ਓਪਨ ਆਊਟ ਕਰਦੀ ਹੈਗੀ ਆ। ਸੈਕਿੰਡ ਪਾਰਟ ਹੈ ਬੇਟਾ ਓਰੋ। ਓਰੋ ਦਾ ਮਤਲਬ ਓਰਲ, ਓਰਲ ਦਾ ਮਤਲਬ ਕਿ ਬਕਲ ਕੈਵਿਟੀ। ਜਿੱਥੇ ਜਿਹੜੀ ਬਕਲ ਕੈਵਿਟੀ ਹੈ ਕਿ ਓਪਨ ਆਊਟ ਕਰਦੀ ਹੈਗੀ ਆ ਉਸ ਨੂੰ ਕਹਿੰਦਾ ਕਿ ਓਰੋਫੇਰਿੰਗਸ ਕਿਹਾ ਜਾਂਦਾ ਹੈਗਾ। ਤਾਂ ਅਸੀਂ ਕਹਿੰਦੇ ਕਿ ਜਿਹੜਾ ਨੇਜ਼ੋਫੇਰਿੰਗਸ ਆ ਤੇ ਓਰੋਫੇਰਿੰਗਸ ਆ ਉਹ ਇੱਕ ਜਗ੍ਹਾ ਦੇ ਉੱਪਰ ਓਪਨ ਕਰਦੇ ਹੈਗੇ ਨੇ। ਓਰੋਫੇਰਿੰਗਸ ਦੇ ਰਾਹੀਂ ਅਸੀਂ ਫੂਡ ਲੈ ਕੇ ਜਾਂਦੇ ਹਾਂ ਤੇ ਨੇਜ਼ੋਫੇਰਿੰਗਸ ਦੇ ਰਾਹੀਂ ਸਾਡੇ ਕੋਲੇ ਕਿ ਏਅਰ ਆਉਂਦੀ ਹੈਗੀ ਆ। ਇਹਦਾ ਮਤਲਬ ਜਿਹੜਾ ਓਰੋਫੇਰਿੰਗਸ ਆ ਕਾਮਨ ਪੈਸੇਜ ਹੈਗਾ ਫੂਡ ਦਾ ਤੇ ਏਅਰ ਦਾ। ਇੱਥੇ ਜਾ ਕੇ ਜਿਹੜਾ ਕਿ ਫੂਡ ਤੇ ਏਅਰ ਦੋਨੋਂ ਹੀ ਜਿਹੜੇ ਕਿ ਆ ਇਕੱਠੇ ਹੁੰਦੇ ਹੈਗੇ ਨੇ। ਤੀਸਰਾ ਪਾਰਟ ਹੈਗਾ ਬੇਟਾ ਲਰੇਂਜੋਫੇਰਿੰਗਸ। ਲਰੇਂਜੋ ਦਾ ਮਤਲਬ ਕੀ ਹੁੰਦਾ ਹੈਗਾ ਲੇਰਿੰਗਸ, ਲੇਰਿੰਗਸ ਦਾ ਮਤਲਬ ਕੀ ਹੁੰਦਾ ਹੈਗਾ ਵਿੰਡ ਪਾਈਪ। ਤਾਂ ਉਹ ਜਿਹੜਾ ਕਿ ਸਭ ਤੋਂ ਆਪਾਂ ਕਹਿੰਦੇ ਹੀਰਲਾ ਪਾਰਟ ਹੁੰਦਾ ਹੈਗਾ ਫੇਰਿੰਗਸ ਦਾ, ਜਿਹੜਾ ਕੀ ਆ 2 ਪਾਰਟਸ ਦੇ ਵਿੱਚ ਅੱਗੇ ਜਾ ਕੇ ਡਿਵਾਈਡ ਹੁੰਦਾ ਹੈਗਾ। ਇੱਕ ਕੀ ਆ ਈਸੋਫੇਗਸ ਜਿਹਨੂੰ ਅਸੀਂ ਕੀ ਆ ਫੂਡ ਪਾਈਪ ਕਹਿੰਦੇ ਹੈਗੇ, ਦੂਸਰਾ ਹੈਗਾ ਲੇਰਿੰਗਸ ਜਿਹਨੂੰ ਅਸੀਂ ਕੀ ਆ ਵਿੰਡ ਪਾਈਪ ਕਹਿੰਦੇ ਹੈਗੇ। ਤਾਂ ਜਿਹੜਾ ਫੇਰਿੰਗਸ ਦਾ ਉਹ ਪਾਰਟ ਜਿੱਥੇ ਇਹ 2 ਟਿਊਬਸ ਦੇ ਵਿੱਚ ਜਾ ਕੇ ਡਿਵਾਈਡ ਅਪ ਹੁੰਦਾ ਹੈਗਾ, ਇੱਕ ਫੂਡ ਪਾਈਪ ਦੇ ਵਿੱਚ ਤੇ ਇੱਕ ਵਿੰਡ ਪਾਈਪ ਦੇ ਵਿੱਚ, ਉਸ ਨੂੰ ਅਸੀਂ ਲਰੇਂਜੋਫੇਰਿੰਗਸ ਕਹਿੰਦੇ ਹਾਂ। ਥੈਂਕ ਯੂ ਬੇਟਾ।